ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਤਾਂ ਮਨੁੱਖ ਤੋਂ ਮਹਾਂਪੁਰਖ ਦੀ ਪਦਵੀ ਪਾਈ। ਉਸ ਤੋਂ ਉਪਰੰਤ ਉਸ ਪ੍ਰਭੂ ਦੇ ਹੁਕਮ ਵਿੱਚ ਰਹਿ ਕੇ ਦੁਨੀਆਦਾਰਾਂ ਦਾ ਭਲਾ ਕੀਤਾ ਤਾਂ ਪ੍ਰਵਾਨ ਹੈ। ਪਰ ਜੇ ਬਖਸ਼ਿਸ਼ ਦੀ ਖੈਰ ਨਾਲ ਝੋਲੀ ਭਰ ਕੇ ਬਖਸ਼ਿੰਦ ਨਾਲ ਦਗਾ ਕਮਾਇਆ, ਉਹਦੀ ਬਰਾਬਰੀ ਕੀਤੀ ਤੇ ਹਰਸ਼ ਹੋਇਆ। ਰਾਵਣ, ਹਰਨਾਕਸ਼, ਮਨਸੂਰ ਵਰਗਾ ਹਉਮੈ ਦੇ ਜ਼ਹਿਰ ਖਾਣ ਤੋਂ ਬਚ ਚਰਨ ਧੂੜ ਹੀ ਫੱਕਦਾ ਰਿਹਾ ਤਾਂ ਮੁਰਸ਼ਦ ਦਿਆਲੂ ਹੈ। ਭਾਂਡਾ ਵੱਡਾ ਕਰਦੇ ਜਾਓ ਵਸਤੂ ਲੈਣ ਲਈ। ਬਰਾਬਰੀ ਕੀਤੀ ਤਾਂ ਅੱਡੇ ਹੱਥ ਨੂੰ ਅੰਮ੍ਰਿਤ ਦੀ ਥਾਂ ਵਿਸ਼ ਮਿਲੇਗੀ। ਦੁਨਿਆਵੀ ਮਨੁੱਖ ਸੂਝਵਾਨ ਕਿੰਨਾ ਵੀ ਅਖਵਾਵੇ ਪਰ ਮਹਾਂਪੁਰਖਾਂ ਦੀ ਬਰਾਬਰੀ ਨਹੀਂ ਕਰ ਸਕਦਾ। ਪੂਰਨ ਮਹਾਂਪੁਰਖ ਨੂੰ ਪਲਕਾਂ ਚੁੱਕ ਕੇ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਫਕੀਰ ਦਾ ਦਰਜਾ ਰਾਜੇ ਤੋਂ ਉੱਚਾ ਦਰਸਾਇਆ ਹੈ। ਮਹਾਰਾਜਾ ਨਾਭੇ ਵਾਲਾ ਹੀਰਾ ਸਿੰਘ ਕੁਝ ਸਮੇਂ ਲਈ ਸੰਤ ਧੰਨਾ ਸਿੰਘ ਜੀ ਨੂੰ ਮਿਲਿਆ। ਸੰਤ ਜੀ ਸੰਸਕ੍ਰਿਤ ਆਦਿ ਗ੍ਰੰਥ ਦੇ ਕਾਫੀ ਵਿਦਵਾਨ ਸਨ। ਬਾਬਾ ਜੀ ਤੋਂ ਆਤਮਕ ਸ਼ਕਤੀ ਸਦਕਾ ਵੀ ਵਰਸੋਏ ਹੋਏ ਸਨ। ਉਹਨਾਂ ਨੂੰ ਮਿਲਣ ਬਾਅਦ ਰਾਜੇ ਨੇ ਨਿਸ਼ਚਾ ਕੀਤਾ ਕਿ ਇਹਨਾਂ ਨੂੰ ਅਤੇ ਇਹਨਾਂ ਦੇ ਗੁਰੂਆਂ ਨੂੰ ਮਿਲਿਆ ਜਾਏ। ਬਾਬਾ ਜੀ ਦੇ ਦਰਸ਼ਨ ਕਰਨ ਲਈ ਭੁੱਚੋ ਪਹੁੰਚਿਆ। ਹਾਥੀ ਦੀ ਸਵਾਰੀ ਨਾਲ ਲਸ਼ਕਰ, ਅਹਿਲਕਾਰ ਆਦਿ ਸ਼ਾਹੀ ਢੰਗ ਤਰੀਕੇ ਨਾਲ ਰਾਜਾ ਪਹੁੰਚਿਆ। ਹਾਥੀ ਉੱਤੇ ਸਵਾਰੀ ਆਗਿਆ ਮੰਗਣ ਲੱਗਾ। ਮਹਾਰਾਜਾ ਸੰਤ ਸੇਵੀ ਸੁਭਾਅ ਦਾ ਆਦਮੀ ਸੀ। ਮਹਾਂਪੁਰਖਾਂ ਦੀ ਸੇਵਾ ਕਰਦਾ ਸੀ। ਇੱਕ ਵਾਰ ਹਰਿਦੁਆਰ ਗੰਗਾ ਤੇ ਸੰਤ ਈਸ਼ਰ ਸਿੰਘ ਜੀ ਵਿਰਕਤ ਦੋਦਰ ਵਾਲਿਆਂ ਨੂੰ ਲੱਖ ਰੁਪਇਆ ਮੱਥਾ ਟੇਕਿਆ। ਉਹਨਾਂ ਲੈਣ ਤੋਂ ਇਨਕਾਰ ਕਰ ਦਿੱਤਾ। ਜਦੋਂ ਨਾ ਮੰਨੇ ਤਾਂ ਰਾਜੇ ਨੇ ਕਿਹਾ, ਮੇਰੇ ਵਰਗਾ ਦਾਨੀ ਨਹੀਂ ਮਿਲਣਾ। ਸੰਤਾਂ ਨੇ ਬਚਨ ਕੀਤਾ, ਸਾਡੇ ਵਰਗਾ ਤਿਆਗੀ ਵੀ ਨਹੀਂ ਮਿਲਣਾ। ਬਹੁਤ ਸਾਧ ਮੰਗਦੇ ਫਿਰਦੇ ਹਨ। ਇਸ ਤਰ੍ਹਾਂ ਦੇ ਕਈ ਬਚਨ ਹਨ। ਇਹਨਾਂ ਦੁਆਰਾ ਦਿੱਤਾ ਦਾਨ ਮਹਾਂਪੁਰਖਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਰਾਜ ਭਾਗ ਲੈ ਕੇ ਦਾਨ ਕਰਨਾ, ਸੰਤ ਸੇਵੀ ਹੋਣਾ ਬੜੀ ਵੱਡੀ ਸ਼ਰਧਾ ਹੈ, ਪਰ ਮਨ ਵਿੱਚ ਮਾਣ ਹੰਕਾਰ ਮੈਂ ਦੀ ਮੈਲ ਨਾ ਹੋਵੇ। ਹਾਥੀ ਉੱਪਰ ਸਵਾਰ ਹੀ ਟਿੱਲਾ ਸਾਹਿਬ ਦੇ ਨੇੜੇ ਪਹੁੰਚ ਗਿਆ। ਹਜੂਰ ਬਾਬਾ ਮਹਾਹਰਨਾਮ ਸਿੰਘ ਜੀ ਆਪਣੀ ਕੁਟੀਆ ਵਿੱਚੋਂ ਬਾਹਰ ਆ ਕੇ ਅੱਗੋਂ ਮਿਲੇ। ਰਾਜਾ ਹੀਰਾ ਸਿੰਘ ਨੂੰ ਸ਼ੰਕਾ ਹੋ ਗਈ ਕਿ ਇਹ ਮੇਰਾ ਸਤਿਕਾਰ ਕਰਨ ਲਈ ਉੱਠੇ ਹਨ। ਇਹਨਾਂ ਨੂੰ ਕੀ ਲੋੜ ਸੀ ਮੇਰਾ ਸਤਿਕਾਰ ਕਰਨ ਦੀ? ਕੀ ਇਹ ਮਹਾਂਪੁਰਖ ਹਨ? ਇਹਨਾਂ ਵਿੱਚ ਕੁਝ ਘਾਟ, ਕੁਝ ਕਮੀ ਹੋਏਗੀ। ਮਨ ਵਿੱਚ ਨਫ਼ਰਤ ਪੈਦਾ ਹੋ ਗਈ। ਜੋ ਪ੍ਰਸ਼ਾਦ ਮਿਸ਼ਰੀ ਦੀ ਭੇਟਾ ਲੈ ਕੇ ਆਇਆ ਸੀ, 5 ਸੇਰ ਮਿਸ਼ਰੀ ਤੇ 25 ਮੋਹਰਾਂ ਹਾਥੀ ਤੇ ਬੈਠੇ ਨਹੀਂ ਬਾਬਾ ਜੀ ਵੱਲ ਚਲਾ ਕੇ ਮਾਰੀਆਂ ਤੇ ਵਾਪਸ ਮੁੜ ਚਲਿਆ। ਸੇਵਕ ਮਿਸ਼ਰੀ ਦੀ ਪੋਟਲੀ ਚੁੱਕ ਕੇ ਬਾਬਾ ਜੀ ਕੋਲ ਲੈ ਗਿਆ। ਦੂਸਰੀ ਪੋਟਲੀ ਪੈਸਿਆਂ ਵਾਲੀ ਬਾਅਦ ਵਿੱਚ ਲੈ ਕੇ ਗਿਆ। ਮਿਸ਼ਰੀ ਦਾ ਬਾਬਾ ਜੀ ਨੇ ਉਸੇ ਸਮੇਂ ਵਾਪਸ ਕਰ ਦਿੱਤੀ। ਮੋਹਰਾਂ ਵਾਲੀ ਪੋਟਲੀ ਦਾ ਵਿਆਜ ਪੈਸਿਆਂ ਵਿੱਚ ਜੋੜ ਕੇ ਉਤਨੇ ਘੰਟਿਆਂ ਦਾ ਦਿੱਤਾ ਜਿੰਨਾ ਚਿਰ ਕੋਲ ਰੱਖੀ, ਕਿਉਂਕਿ ਰਾਜਾ ਧਨੌਲੇ ਪਿੰਡ ਪਹੁੰਚ ਗਿਆ ਸੀ। ਮੋਹਰਾਂ ਵਾਲੀ ਪੋਟਲੀ ਦਾ ਵਿਆਜ ਗੁਰਦਿੱਤ ਸਿੰਘ ਸੇਮੇ ਵਾਲਾ ਤੇ ਬਖਤੌਰ ਸਿੰਘ ਭੁੱਲਰ ਨੂੰ ਹੁਕਮ ਕੀਤਾ, ਪੈਸੇ ਗਿਣ ਕੇ ਪਾ ਲਓ ਤੇ ਵਿਆਜ ਸਮੇਤ ਮੋੜ ਕੇ ਆਓ ਧਨੌਲੇ ਜਾ ਕੇ। ਦੋਨੋਂ ਪੈਸੇ ਲੈ ਕੇ ਧਨੌਲੇ ਪਹੁੰਚ ਗਏ। ਸਰਕਾਰੀ ਨੌਕਰ ਨੂੰ ਕਹਿ ਕੇ ਰਾਜੇ ਨੂੰ ਮਿਲੇ। ਉਸਨੇ ਪੁੱਛਿਆ, ਕਿੱਥੋਂ ਆਏ ਹੋ? ਬਾਬਾ ਜੀ ਦਾ ਵੇਰਵਾ ਪਾ ਕੇ ਉਹਨਾਂ ਕਿਹਾ, ਇਹ ਪੈਸੇ ਮੋੜਨ ਆਏ ਆ ਵਿਆਜ ਸਮੇਤ। ਰਾਜੇ ਨੇ 2 ਆਦਮੀਆਂ ਨੂੰ ਹੁਕਮ ਕੀਤਾ, ਗਿਣ ਕੇ ਪੈਸੇ ਵਾਪਸ ਲੈ ਲਵੋ। ਪੈਸਿਆਂ ਦੀ ਗਿਣਤੀ ਸ਼ੁਰੂ ਹੋਈ। ਗਿਣਤੀ ਵਿੱਚ 1 ਰੁਪਈਆ ਘਟ ਗਿਆ। ਫਿਰ ਦੁਬਾਰਾ ਗਿਣਤੀ ਕੀਤੀ ਤੇ ਉਹ ਵੀ ਘਟ ਗਿਆ। ਉੱਥੋਂ ਤਾਂ ਅਸੀਂ ਪੂਰੇ ਲੈ ਕੇ ਆਏ ਹਾਂ, ਇਹ ਕਿਵੇਂ ਘਟ ਗਏ? ਇਹ ਦੋਨੇ ਸੋਚਾਂ ਵਿੱਚ ਪੈ ਗਏ। ਇਹ ਵੇਖ ਕੇ ਰਾਜੇ ਨੇ ਕਿਹਾ, ਤੁਸੀਂ ਵੀ ਝੂਠੇ, ਤੁਹਾਡਾ ਸੰਤ ਵੀ ਝੂਠਾ। ਦੋਵਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਜੋ ਮਰਜ਼ੀ ਕਹਿ ਲਵੋ, ਅਸੀਂ ਤੁਹਾਡੀ ਪ੍ਰਜਾ ਸਮਾਨ ਹਾਂ, ਪਰ ਸਾਡੇ ਮਹਾਂਪੁਰਖਾਂ ਬਾਰੇ ਕੋਈ ਮਾੜਾ ਲਫ਼ਜ਼ ਨਾ ਵਰਤੋ। ਬਖਤੌਰ ਸਿੰਘ ਨੇ ਕਿਹਾ, ਰਾਜਾ ਜੀ ਟਿੱਕਾ ਦਾ ਦਰਦ ਵੀ ਇਹਨਾਂ ਦੀ ਕਿਰਪਾ ਨਾਲ ਠੀਕ ਹੋਇਆ ਸੀ। ਰਾਜੇ ਨੇ ਫਿਰ ਤਾੜਨਾ ਕੀਤੀ, ਚੁੱਪ ਕਰ ਜਾਓ, ਜੇ ਬੋਲੇ ਤਾਂ ਹੱਥਕੜੀਆਂ ਲਾ ਕੇ ਅੰਦਰ ਕਰ ਦਿਆਂਗਾ। ਅਖੀਰ ਉਹ ਵਾਂਸਲੀ ਰੁਪਈਆਂ ਵਾਲੀ ਝਟਕਾਈ ਤੇ ਰੁਪਈਆ ਨਿਕਲ ਆਇਆ। ਪੈਸੇ ਗਣਾ ਕੇ ਵਾਪਸ ਚਲੇ ਆਏ ਕਿਉਂਕਿ ਉੱਥੋਂ ਦਾ ਕੁਝ ਵੀ ਖਾਣ ਦਾ ਹੁਕਮ ਨਹੀਂ ਸੀ। ਬਾਬਾ ਜੀ ਦੀ ਹਜ਼ੂਰੀ ਵਿੱਚ ਪਹੁੰਚੀ ਤਾਂ ਹਜ਼ੂਰ ਨੇ ਬਚਨ ਕੀਤਾ, ਦੱਸੋ ਕੀ ਬੋਲਿਆ ਹੀਰਾ? ਇਹਨਾਂ ਨੇ ਸੰਕੋਚ ਕੀਤਾ। ਬਾਬਾ ਜੀ ਨੇ ਫੇਰ ਕਿਹਾ, ਦੱਸੋ, ਜੋ ਬੀਤਿਆ ਉਹੀ ਦੱਸਣਾ। ਉਹਨਾਂ ਨੇ ਕਿਹਾ, ਮਹਾਰਾਜ ਉਹ ਕਹਿੰਦਾ ਸੀ ਤੁਸੀਂ ਝੂਠੇ, ਤੁਹਾਡਾ ਸਾਧ ਵੀ ਝੂਠਾ। ਪੈਸੇ ਘਟ ਗਏ ਸਨ, 1 ਰੁਪਈਆ ਵਾਂਸਲੀ ਵਿੱਚ ਰਹਿ ਗਿਆ ਸੀ। ਹੱਥ ਘੜੀਆਂ ਲਵਾ ਦਿਆਂਗਾ, ਪਰ ਪੈਸੇ ਪੂਰੇ ਹੋਣ ਤੇ ਸਾਨੂੰ ਛੱਡ ਦਿੱਤਾ। ਬਾਬਾ ਜੀ ਸੁਣ ਕੇ ਗੁੱਸੇ ਵਿੱਚ ਬਚਨ ਕਰਨ ਲੱਗੇ, ਹੱਥ ਘੜੀਆਂ ਵਾਲਾ ਉਹਦਾ ਚਾਅ ਪੂਰਾ ਨਹੀਂ ਹੋਇਆ। ਅਸੀਂ ਉਹਦੇ ਪੁੱਤਰ ਨੂੰ ਹੱਥ ਘੜੀਆਂ ਲਵਾਵਾਂਗੇ, ਉਹ ਸਾਡੇ ਸੇਵਕਾਂ ਨੂੰ ਹੱਥ ਘੜੀਆਂ ਲਾਂਦਾ। ਅੰਤ ਵਿੱਚ 3 ਵਾਰ ਬਚਨ ਕੀਤਾ, ਪੱਟ ਪਊ ਪਟਿਆਲੇ ਨਾਭਾ ਤਾਂ ਹਾਂ ਮਾਰੂਗਾ। ਹੱਥ ਘੜੀਆਂ ਫਿਰ ਟਿੱਕਾ ਰਿਪੂ ਦਮਨ ਨੂੰ ਲੱਗੀਆਂ। ਜਲਾ ਵਤਨ ਕੀਤਾ, ਫਿਰ ਪੰਜਾਬ ਨਹੀਂ ਆਇਆ, ਬਾਹਰ ਹੀ ਅੰਤ ਹੋਇਆ। ਇਸੇ ਪਿੰਡ ਦਾ ਰੂੜ ਸਿੰਘ ਦੱਸਦਾ ਹੈ ਕਿ ਇੱਕ ਵਾਰ ਮਹਾਰਾਜਾ ਰਿਪੂ ਦਮਨ ਸਿੰਘ ਮਸਤੂਆਣਾ ਸਾਹਿਬ ਗਿਆ। ਮਾਇਆ ਦੇ ਢੇਰ ਨੂੰ ਵੇਖ ਕੇ ਕਹਿਣ ਲੱਗਾ, ਇਹ ਮਾਇਆ ਸਾਨੂੰ ਦੇ ਦਿਓ। ਤੁਸੀਂ ਕੀ ਕਰਨੀ ਹੈ?
ਸਾਨੂੰ ਚਾਹੀਦੀ ਹੈ। ਸੰਤਾਂ ਨੇ ਬਚਨ ਕੀਤਾ, ਰਾਜਾ ਇਹ ਤਾਂ ਗੁਰੂ ਘਰ ਦੀ ਸੇਵਾ ਵਾਸਤੇ ਸੰਗਤ ਨੇ ਦਿੱਤੀ ਹੈ, ਤੇਰੇ ਲਈ ਨਹੀਂ ਹੈ। ਉਹਨੇ ਕਈ ਵਾਰ ਮੰਗ ਦੁਹਰਾਈ। ਜਦ ਉਹੀ ਜਵਾਬ ਮਿਲਦਾ ਰਿਹਾ ਤਾਂ ਰਿਪੂ ਦਮਨ ਬੋਲਿਆ, ਸਾਡੇ ਰਾਜ ਵਿੱਚ ਰਹਿ ਕੇ ਸਾਨੂੰ ਜਵਾਬ ਦਿੰਦੇ ਹੋ ਜੇ ਅਸੀਂ ਖੋਹ ਲਈਏ। ਇਹ ਸੁਣ ਕੇ ਸੰਤ ਜੀ ਮਹਾਰਾਜ ਨੇ ਗੜਵਈ ਨੂੰ ਹੁਕਮ ਕੀਤਾ, ਗੜਵਾ ਅਤੇ ਕਸ਼ਹਿਰਾ ਪਰਨਾ ਲਿਆਓ। ਇਹ ਚੀਜ਼ਾਂ ਚੁੱਕ ਕੇ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਤੋਂ ਚੱਲ ਕੇ ਦਮਦਮਾ ਸਾਹਿਬ ਬੁੰਗੇ ਵਾਲੀ ਜਗ੍ਹਾ 'ਤੇ ਗਏ, ਜੋ ਇਹਨਾਂ ਨੇ ਹੀ ਆਬਾਦ ਕੀਤਾ ਹੈ। ਤੁਰੰਤ ਸਮੇਂ ਬਚਨ ਗਏ, ਤੂੰ ਸਾਨੂੰ ਮਸਤੂਆਣੇ ਤੋਂ ਤੋਰਿਆ ਏ, ਅਸੀਂ ਸੇਵਾ ਕਰਨੀ ਹੈ, ਹੋਰ ਥਾਂ ਕਰ ਲਾਂਗੇ, ਪਰ ਤੂੰ ਪੰਜਾਬ ਵਿੱਚ ਵੀ ਨਹੀਂ ਰਹੇਗਾ। ਬਾਬਾ ਨੰਦ ਸਿੰਘ ਜੀ ਨੇ ਮਾਝੇ ਦੇ ਇੱਕ ਸੇਵਕ ਨੂੰ ਪੁੱਚੋ ਭੇਜਣਾ। ਬਾਬਾ ਜੀ ਮਹਾਰਾਜ ਕਲੇਰਾਂ ਵਾਲੇ ਮਾਝੇ ਵਿੱਚ ਦੁਖੀਆਂ ਦੀਆਂ ਬੇਨਤੀਆਂ ਪ੍ਰਵਾਨ ਕਰ ਰਹੇ ਹਨ ਤਾਂ ਇੱਕ ਸਿੱਖ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਸਾਡੇ ਪਰਿਵਾਰ ਦਾ ਬੱਚਾ ਨੌਜਵਾਨ ਹੈ, ਰਾਤ ਨੂੰ ਠੀਕ ਠਾਕ ਸੁੱਤਾ ਹੈ, ਸਵੇਰੇ ਉੱਠਣ ਵੇਲੇ ਰੌਲਾ ਪਾਉਣ ਲੱਗ ਪਿਆ, ਘਰ ਤੋਂ ਬਾਹਰ ਭੱਜ ਗਿਆ, ਬਹੁਤ ਮੁਸ਼ਕਲ ਨਾਲ ਫੜਿਆ ਹੈ, ਪਾਗਲਾਂ ਦੀਆਂ ਤਰ੍ਹਾਂ ਹਰਕਤਾਂ ਕਰਦਾ ਹੈ, ਕਿਰਪਾ ਕਰੋ ਬੱਚਾ ਤੰਦਰੁਸਤ ਹੋ ਜਾਏ। ਬਾਬਾ ਜੀ ਨੇ ਬੇਨਤੀ ਸੁਣਨ ਉਪਰੰਤ ਬਚਨ ਕੀਤਾ, ਇਹਨੂੰ ਪੁੱਛੋ ਲੈ ਜਾਓ, ਉੱਥੇ ਸਾਡੇ ਗੁਰੂ ਹਨ, ਇਹਦਾ ਇਲਾਜ ਉੱਥੇ ਹੋਵੇਗਾ, ਬੱਚਾ ਠੀਕ ਹੋ ਜਾਏਗਾ। ਪਰਿਵਾਰ ਨੇ ਬਚਨ ਮੰਨ ਕੇ ਪੁੱਛੂ ਆਉਣ ਲਈ ਤਿਆਰੀ ਕਰ ਲਈ। ਮੰਜੇ ਨਾਲ ਲੜਕੇ ਨੂੰ ਬੰਨ੍ਹ ਲਿਆ, ਮੰਜਾ ਗੱਡੇ ਵਿੱਚ ਰੱਖ ਲਿਆ, ਜ਼ਰੂਰਤ ਅਨੁਸਾਰ ਰਸਤੇ ਵਿੱਚ ਭੋਜਨ ਤਿਆਰ ਕਰਨ ਲਈ ਰਾਸ਼ਨ ਵੀ ਲੈ ਲਿਆ। ਕਈ ਦਿਨਾਂ ਵਿੱਚ ਲੜਕੇ ਨੂੰ ਲੈ ਕੇ ਪੁੱਛੋ ਪਹੁੰਚ ਗਏ। ਸੇਵਕ ਨੂੰ ਦੱਸ ਕੇ ਬਾਬਾ ਜੀ ਅੱਗੇ ਬੇਨਤੀ ਕਰਨ ਲਈ ਅਰਜ਼ੋਈ ਕੀਤੀ। ਅੱਗੋਂ ਸ਼ਹਿਨਸ਼ਾਹ ਪਾਤਸ਼ਾਹ ਦਾ ਹੁਕਮ ਹੋਇਆ, ਲੜਕੇ ਨੂੰ ਜੰਡ ਨਾਲ ਬੰਨ੍ਹ ਦਿਓ ਤੇ ਆਪ ਉੱਪਰ ਆ ਜਾਓ। ਹੁਕਮ ਅਨੁਸਾਰ ਲੜਕੇ ਨੂੰ ਜੰਡ ਨਾਲ ਬੰਨ੍ਹ ਕੇ ਆਪ ਉੱਪਰ ਟਿੱਲਾ ਸਾਹਿਬ ਆ ਪਹੁੰਚੇ। ਕਲੇਰਾਂ ਵਾਲੇ ਬਾਬਾ ਜੀ ਦਾ ਬਚਨ ਦੱਸ ਕੇ ਰਹਿਮਤ ਦੀ ਭੀਖ ਮੰਗਣ ਲੱਗੇ। ਪਾਤਸ਼ਾਹ ਨੇ ਹੁਕਮ ਕੀਤਾ, ਹੇਠਾਂ ਚੱਲ ਕੇ ਵੇਖਦੇ ਹਾਂ। ਟਿੱਲੇ ਤੋਂ ਹੇਠਾਂ ਆਏ ਨਾਲ ਹੀ ਭਾਈ ਕੇਸਰ ਸਿੰਘ, ਕੁਤਬਾ ਸਾਈਂ, ਧੰਨਾ ਭਗਤ ਅਤੇ ਲੜਕੇ ਦੇ ਪਰਿਵਾਰ ਦੇ ਮੈਂਬਰ ਸਨ। ਬਾਬਾ ਜੀ ਨੇ ਲੜਕੇ ਨੂੰ ਮਿਹਰ ਦੀ ਨਿਗਾਹ ਨਾਲ ਤੱਕਿਆ। ਲੜਕੇ ਨੇ ਵੀ ਬਾਬਾ ਜੀ ਦੇ ਦਰਸ਼ਨ ਕੀਤੇ। ਬਾਬਾ ਜੀ ਨੇ ਕੇਸਰ ਸਿੰਘ ਨੂੰ ਮੁਖਾਤਿਬ ਕਰਕੇ ਰਮਈ ਦੇ ਰੂਪ ਵਿੱਚ 2.5 ਪੂਣੀਆਂ ਕੱਤੀਆਂ, ਪੁੱਠਾ ਚਰਖਾ ਫੇਰ ਕੇ, ਕਿਉਂ ਕੇਸਰਾ, ਠੀਕ ਹੈ ਨਾ ਬਾਈ? ਕੇਸਰ ਸਿੰਘ ਨੇ ਹੱਥ ਜੋੜ ਕੇ ਕਿਹਾ, ਠੀਕ ਹੈ ਜੀ। ਨੇੜੇ ਹੀ ਕੁਤਬਾ ਮੁਸਲਮਾਨ ਖੜਾ ਸੀ। ਇਹ ਪੁੱਚੋਂ ਦਾ ਹੀ ਰਹਿਣ ਵਾਲਾ ਸੀ ਤੇ ਬਾਬਾ ਜੀ ਕੋਲ ਅਕਸਰ ਆਉਂਦਾ ਰਹਿੰਦਾ ਸੀ। ਉਹ ਬੋਲਿਆ, ਹਿੰਦੂ ਹੀ ਸਿੱਧਾ ਫੇਰਦੇ ਹਨ, ਮੁਸਲਮਾਨ ਪੁੱਠਾ ਫੇਰਦੇ ਹਨ। ਬਾਬਾ ਜੀ ਨੇ ਉਸ ਨੂੰ ਰੋਕ ਕੇ ਬਚਨ ਕੀਤਾ, ਸਾਈਂ ਲੋਕ, ਤੂੰ ਸਾਡੀ ਗੱਲ ਵਿੱਚ ਨਾ ਬੋਲ, ਤੂੰ ਕੀ ਲੈਣਾ ਇਸ ਤੋਂ? ਬਾਬਾ ਜੀ ਨੇ ਫਿਰ ਕੇਸਰ ਸਿੰਘ ਨੂੰ ਮੁਖਾਤਿਬ ਕਰਕੇ ਬਚਨ ਕੀਤਾ, ਕਿਉਂ ਕੇਸਰਾ, ਠੀਕ ਹੈ ਭਾਈ? ਕੇਸਰ ਸਿੰਘ ਨੇ ਕਿਹਾ, ਜਿਵੇਂ ਹਜੂਰ ਦੀ ਰਜ਼ਾ, ਠੀਕ ਹੈ। ਬਾਬਾ ਜੀ ਦੇ ਸੇਵਕ ਵਾਪਸ ਟਿੱਲਾ ਸਾਹਿਬ ਉੱਪਰ ਚਲੇ ਗਏ ਤਾਂ ਹਜੂਰ ਨੇ ਹੁਕਮ ਕੀਤਾ, ਲੜਕੇ ਨੂੰ ਖੋਲ ਦਿਓ। ਉਹਦੇ ਨਾਲ ਆਏ ਰਿਸ਼ਤੇਦਾਰਾਂ ਨੇ ਕਿਹਾ, ਮਹਾਰਾਜ ਉਹ ਭੱਜ ਜਾਏਗਾ। ਬਾਬਾ ਜੀ ਨੇ ਬਚਨ ਕੀਤਾ, ਭੱਜੇਗਾ ਨਹੀਂ, ਖੋਲ ਦਿਓ। ਉਹਨਾਂ ਨੇ ਲੜਕੇ ਨੂੰ ਖੋਲ ਦਿੱਤਾ। ਲੜਕਾ ਪਰਿਵਾਰ ਦੇ ਨਾਲ ਹੀ ਟਿੱਲਾ ਸਾਹਿਬ ਉੱਪਰ ਚੜ੍ਹ ਗਿਆ, ਮੱਥਾ ਟੇਕ ਕੇ ਬੈਠ ਗਿਆ। ਹਜੂਰ ਨੇ ਹੁਕਮ ਕੀਤਾ, ਇਹਨੂੰ ਜਲ ਛਕਾਓ। ਉਸ ਨੂੰ ਜਲ ਛਕਾਇਆ ਲਿਆ। ਇਸ ਉਪਰੰਤ ਬਾਬਾ ਜੀ ਨੇ ਪੁੱਛਿਆ, ਤੈਨੂੰ ਕੀ ਹੋਇਆ ਸੀ? ਉਹਦਾ ਉੱਤਰ ਸੀ, ਮੈਂ ਸਵੇਰ ਵੇਲੇ ਖੇਤਾਂ ਵਿੱਚ ਕੰਮ ਕਰਨ ਗਿਆ, ਰਾਤ ਘਰ ਆ ਕੇ ਸੁੱਤੇ ਪਏ ਨੂੰ ਪਤਾ ਹੀ ਨਹੀਂ ਕੀ ਹੋਇਆ, ਇਹਦੇ ਬਾਰੇ ਕੋਈ ਪਤਾ ਨਹੀਂ, ਇਸ ਤੋਂ ਬਾਅਦ ਤਾਂ ਹੁਣ ਹੀ ਸੋਝੀ ਆਈ ਹੈ। ਬੇਨਤੀ ਸੁਣ ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਤੁਸੀਂ ਦੂਰ ਤੋਂ ਆਏ ਹੋ, ਆਰਾਮ ਕਰੋ। 5-7 ਦਿਨ ਤੁਹਾਨੂੰ ਇੱਥੇ ਰਹਿਣਾ ਪਏਗਾ। 5 ਕੁ ਦਿਨ ਪਰਿਵਾਰ ਇੱਥੇ ਰਿਹਾ, ਜਿਹੋ ਜਿਹੀ ਸੇਵਾ ਹੋਈ ਕਰ ਲਈ। ਆਗਿਆ ਮੰਗਣ ਲੱਗੇ। ਹਜੂਰ ਨੇ ਹੁਕਮ ਕੀਤਾ, ਕੱਲ੍ਹ ਨੂੰ ਮਿਲੇਗੀ। ਅਗਲੇ ਦਿਨ ਮੁੰਸ਼ੀ ਨੂੰ ਬੁਲਾ ਕੇ ਬਾਬਾ ਜੀ ਨੇ ਹੁਕਮ ਕੀਤਾ, ਮੁੰਸ਼ੀ, ਇਹਨਾਂ ਦੇ ਪਰਿਵਾਰ ਦਾ ਆਉਣ ਜਾਣ ਦਾ ਖਰਚਾ ਜੋੜ ਕੇ ਦੱਸ ਕਿੰਨਾ ਹੈ। ਮੁੰਸ਼ੀ ਜੀ ਨੇ ਸਾਰਾ ਹਿਸਾਬ ਦੱਸ ਦਿੱਤਾ। ਤੋਰਨ ਸਮੇਂ ਪਰਿਵਾਰ ਨੂੰ ਇਸ ਹਿਸਾਬ ਵਿੱਚ 30 ਰੁਪਈਏ ਹੋਰ ਪਾ ਕੇ ਦੇਣ ਲੱਗੇ। ਉਹਨਾਂ ਬੇਨਤੀ ਕੀਤੀ, ਮਹਾਰਾਜ ਸਾਡਾ ਲੜਕਾ ਠੀਕ ਹੋਇਆ, ਸੇਵਾ ਅਸੀਂ ਕਰਨੀ ਸੀ, ਤੁਸੀਂ ਸਾਨੂੰ ਪੈਸੇ ਦੇ ਰਹੇ ਹੋ। ਬਾਬਾ ਜੀ ਨੇ 1-2 ਵਾਰ ਕਿਹਾ, ਉਹ ਨਹੀਂ ਮੰਨੇ ਤਾਂ ਬਾਬਾ ਜੀ ਨੇ ਬਚਨ ਕੀਤਾ, ਚੰਗਾ ਫਿਰ ਆਪਣਾ ਪੀਰ ਨਾਲ ਹੀ ਲੈ ਜਾਓ। ਨੇੜੇ ਬੈਠੇ ਸੇਵਕਾਂ ਨੇ ਕਿਹਾ, ਬਚਨ ਨਹੀਂ ਮੋੜੀਦਾ, ਪੈਸੇ ਲੈ ਲਵੋ। ਉਹਨਾਂ ਡਰਦਿਆਂ ਪੈਸੇ ਲੈ ਲਏ ਕਿ ਕਿਤੇ ਮੁੰਡਾ ਫਿਰ ਨਾ ਬਿਮਾਰ ਹੋ ਜਾਵੇ, ਪਰ ਮਨ ਵਿੱਚ ਹੈਰਾਨ ਸਨ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ ਸਰਟੀਫਿਕੇਟ ਲੈਣਾ। ਵਾਹਿਗੁਰੂ ਦੇ ਆਨੰਦ ਦੀਦਾਰ ਦੀ ਪ੍ਰਾਪਤੀ ਲਈ ਮਹਾਂਪੁਰਖ ਅਨੇਕ ਪ੍ਰਕਾਰ ਦੀਆਂ ਘਾਲਣਾ ਘਾਲਦੇ ਹਨ।
ਸੱਚੇ ਲਈ ਵਾਲੇ ਜਗਿਆਸੂ ਦੇ ਮਨ ਵਿੱਚ ਮਿਲਾਪ ਦੀ ਤੜਪ ਪਪੀਹੇ ਦੀ ਸੁਆਂਤੀ ਬੂੰਦ ਦੀ ਤਰ੍ਹਾਂ ਹੈ। ਭੱਠੀ ਦਾ ਸੇਕ ਸੋਨੇ ਨੂੰ ਕੰਚਨ ਦਾ ਨਾਮ ਦਿੰਦਾ ਹੈ। ਬਾਂਸ ਦੀ ਨਿਮਰਤਾ ਅਨੇਕ ਹਨੇਰੀਆਂ ਤੂਫਾਨਾਂ ਦੇ ਝਟਕੇ ਸਹਿਣ ਕਰਕੇ ਵੀ ਜੜ੍ਹਾਂ ਪਤਾਲ ਵਿੱਚ ਲਾਉਂਦੀ ਹੈ। ਮਹਾਂਪੁਰਖ ਦੁਨੀਆਦਾਰਾਂ ਦੀਆਂ ਕਲਯੁਗੀ ਹਰਕਤਾਂ ਨੂੰ ਸਹਿਣਸ਼ੀਲਤਾ ਤੇ ਨਿਮਰਤਾ ਦਾ ਤਾਜ ਪਹਿਨ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਤਪ ਸਾਧਨਾ ਕਰਕੇ ਅੰਤਰਆਤਮਾ ਪਾਉਂਦੇ ਹਨ। ਪ੍ਰਭੂ ਨਾਲ ਅਭੇਦ ਹੋ ਕੇ ਪਰਮਾਰਥ ਦੇ ਲਾਭ ਪ੍ਰਾਪਤ ਕਰਦੇ ਹਨ। ਅਭੇਦ ਹੋਈ ਰਸਨਾ ਸਵਾਸ ਹਰੀ ਦੀ ਆਰਾਧਨਾ ਕਰਦੀ ਹੈ। ਇਹੋ ਜਿਹੀ ਅਵਸਥਾ ਬਣਾਈ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ। ਪੁੱਛੋ ਤੋਂ ਬਾਬਾ ਜੀ ਲੋਕ ਪਰਲੋਕ ਦੀਆਂ ਬਖਸ਼ਿਸ਼ਾਂ ਲੈ ਕੇ ਬਾਬਾ ਆਨੰਦ ਸਿੰਘ ਜੀ ਪਿੰਡ ਵੀਰ ਸਿੰਘ ਵਾਲਾ ਤਹਿਸੀਲ ਚੁਨੀਆਂ ਜ਼ਿਲ੍ਹਾ ਲਾਹੌਰ ਵਿੱਚ ਜਾ ਪਹੁੰਚੇ। ਇਹ ਪਿੰਡ ਸਰਦਾਰ ਵੀਰ ਸਿੰਘ ਨੇ ਵਸਾਇਆ ਸੀ। ਇਹਦੇ ਨੇੜੇ ਹੀ ਸ਼ਾਂਗੇ ਮਾਂਗੇ ਦਾ ਜੰਗਲਾਤੀ ਜ਼ਖੀਰਾ ਸੀ। ਆਪ ਸਰਦਾਰ ਵੀਰ ਸਿੰਘ ਦੇ ਖੂਹ ਹਿਥਾੜ ਨਾਮੀ 'ਤੇ ਠਹਿਰੇ। ਖੂਹ ਪੁਰਾਣਾ ਹੋਣ ਕਰਕੇ ਬੇਆਬਾਦ ਸੀ। ਵੀਰ ਸਿੰਘ ਦੇ 2 ਲੜਕੇ ਖੁਸ਼ਹਾਲ ਸਿੰਘ ਤੇ ਸੁਰੈਣ ਸਿੰਘ ਆਪ ਜੀ ਦੀ ਸੇਵਾ ਵਿੱਚ ਲੱਗ ਗਏ। ਖੂਹ ਵਿੱਚੋਂ ਪਾਣੀ ਕੱਢਣ ਦਾ ਇੰਤਜ਼ਾਮ ਕੀਤਾ। ਬਾਬਾ ਜੀ ਲਈ ਭੋਰਾ ਪੁੱਟਿਆ। ਗੁਰੂ ਗ੍ਰੰਥ ਸਾਹਿਬ ਜੀ ਲਈ ਇੱਕ ਛੱਪਰ ਤਿਆਰ ਕੀਤਾ। ਸਵੇਰੇ ਭਾਈ ਸੁਲੱਖਣ ਸਿੰਘ ਪ੍ਰਸ਼ਾਦਾ ਲਿਆਉਂਦਾ। ਦੋਨੋਂ ਭਰਾਵਾਂ ਨੇ ਲੱਸੀ ਮੱਖਣ ਆਦਿ ਦੀ ਸੇਵਾ ਕਰਨੀ। ਜ਼ਖੀਰਾ ਸੰਗਣਾ ਸੀ। ਬਾਬਾ ਜੀ ਕਦੇ ਚਲੇ ਜਾਂਦੇ ਪਰ ਜਦ ਵੀ ਆਉਂਦੇ ਠਹਿਰਦੇ ਇਸੇ ਖੂਹ ਵਾਲੀ ਅਸਥਾਨ 'ਤੇ। ਇੱਕ ਦਿਨ ਬਾਬਾ ਜੀ ਨੇ ਸਰਦਾਰ ਖੁਸ਼ਹਾਲ ਸਿੰਘ ਤੇ ਸਰਦਾਰ ਸੁਰੈਣ ਸਿੰਘ ਨੂੰ ਬਚਨ ਕੀਤਾ, ਕੁਝ ਸਮਾਂ ਅਸੀਂ ਇਹੋ ਜਿਹੀ ਜਗ੍ਹਾ ਉੱਪਰ ਰਹਿਣਾ ਹੈ ਜਿੱਥੇ 12 ਕੋਹ ਤੱਕ ਕੋਈ ਆਵੇ ਨਹੀਂ। 1 ਸਾਲ ਦੇ ਅੰਦਰ ਅਸੀਂ ਇੱਕ ਸੰਪਟ ਪਾਠ ਕਰਨਾ ਹੈ। ਇੱਥੇ ਇਕਾਂਤ ਹੀ ਹੈ ਪਾਤਸ਼ਾਹ, ਅਸੀਂ ਪਹਿਰਾ ਹੋਰ ਸਖਤ ਕਰ ਦਿਆਂਗੇ। ਸਰਦਾਰ ਖੁਸ਼ਹਾਲ ਸਿੰਘ ਨੇ ਬੇਨਤੀ ਕੀਤੀ। ਖੁਸ਼ਹਾਲ ਸਿੰਘ, ਸਾਨੂੰ ਹੁਕਮ ਕਿਸੇ ਹੋਰ ਥਾਂ ਦਾ ਹੈ। ਬਚਨ ਹੋਇਆ, ਮਹਾਰਾਜ ਅਸੀਂ ਸੇਵਾ ਵਿੱਚ ਹਾਜ਼ਰ ਹਾਂ, ਅਸਾਂ ਨੂੰ ਛੱਡ ਕੇ ਨਾ ਜਾਇਓ। ਖੁਸ਼ਹਾਲ ਸਿੰਘ ਦੇ ਬੋਲ ਵਿੱਚ ਤਰਲਾ ਸੀ। ਹੁਕਮ ਅਨੁਸਾਰ ਅਸਾਂ ਨੂੰ ਜਾਣਾ ਪਵੇਗਾ, ਸਾਡੇ ਉੱਪਰ ਵੀ ਸਾਈਂ ਹੈ, ਮਾਲਕ ਦੀ ਰਜ਼ਾ ਵਿੱਚ ਰਹਾਂਗੇ। ਬਾਬਾ ਜੀ ਦਾ ਉੱਤਰ ਸੀ, ਜਿਵੇਂ ਹਜੂਰ ਦੀ ਇੱਛਾ ਹੈ, ਪਰ ਅਸੀਂ ਭਾਲ ਆਪ ਜੀ ਦੀ ਜ਼ਰੂਰ ਕਰ ਲਵਾਂਗੇ। ਹਜੂਰ ਨੇ ਹੱਸ ਕੇ ਕਿਹਾ, ਭਾਲ ਲਵੇਂਗਾ? ਗਰੀਬ ਨਿਵਾਜ, ਧਰਤੀ ਦੀ ਕੰਡ 'ਤੇ ਭਾਲ ਜ਼ਰੂਰ ਕਰਾਂਗੇ। ਕਿਤੇ ਖੰਡਾਂ ਬ੍ਰਹਿਮੰਡਾਂ ਵਿੱਚ ਚਲੇ ਗਏ ਫਿਰ ਸਾਡੀ ਬੇਵਸੀ ਹੋਏਗੀ। ਖੁਸ਼ਹਾਲ ਸਿੰਘ ਨੇ ਜਵਾਬ ਦਿੱਤਾ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਚੰਗਾ, ਜਿਵੇਂ ਨਿਰੰਕਾਰ ਕਰਾਵੇਗਾ ਕਰਦੇ ਰਹਾਂਗੇ। ਕੁਝ ਸਮੇਂ ਬਾਅਦ ਇੱਕ ਦਿਨ ਖੁਸ਼ਹਾਲ ਸਿੰਘ ਆਗਿਆ ਲੈ ਕੇ ਰਾਤ ਨੂੰ ਘਰ ਗਿਆ। ਸਵੇਰੇ ਰੋਜ਼ ਵਾਂਗ ਪ੍ਰਸ਼ਾਦਾ ਲੈ ਕੇ ਗਿਆ ਤਾਂ ਵੇਖਿਆ ਕਿ ਬਾਬਾ ਜੀ ਦਾ ਆਸਣ ਖਾਲੀ ਹੈ। ਬਾਬਾ ਜੀ ਅਲੋਪ ਹੋ ਗਏ, ਭਾਵ ਕਿਧਰੇ ਚਲੇ ਗਏ। ਮਨ ਨੂੰ ਬੜੀ ਸੱਟ ਲੱਗੀ। ਵਰਲਾਪ ਵਿੱਚ ਅੱਖਾਂ ਨੇ ਅਥਰੂ ਘੇਰੇ। ਬਿਰਹੋਂ ਦੀ ਘੜੀ ਸਤ ਸੰਗੀ ਲਈ ਚਿਖਾ ਸਮਾਨ ਹੈ। ਅਣਤੱਕ ਭਾਲ ਦੇ ਬਾਅਦ ਵੀ ਜਦ ਬਾਬਾ ਜੀ ਨਾ ਮਿਲੇ ਤਾਂ ਅਖਬਾਰ ਵਿੱਚ ਹੁਲੀਆ ਦੇ ਕੇ ਇਸ਼ਤਿਹਾਰ ਲਗਵਾ ਦਿੱਤਾ। 500 ਰੁਪਏ ਇਨਾਮ ਵੀ ਰੱਖਿਆ। ਭਾਈ ਗੁਰਦਾਸ ਜੀ ਦਾ ਕਥਨ ਹੈ, ਮਜਲਸ ਕਰ ਹੈਰਾਨ ਉੱਠ ਸਿਧਾਇਆ। ਬਾਬਾ ਜੀ ਇੱਥੋਂ ਚੱਲ ਕੇ ਹੜੱਪੇ ਦੇ ਜੰਗਲਾਂ ਵਿੱਚ ਜਾ ਬਿਰਾਜੇ। ਇੱਥੇ 12 ਕੋਹ ਤੱਕ ਉਜਾੜ ਸੀ, ਕਿਸੇ ਦਾ ਆਉਣਾ ਵੀ ਮੁਸ਼ਕਲ ਸੀ। ਬਾਬਾ ਜੀ ਦਾ ਹੀ ਬਚਨ ਹੈ ਕਿ ਅਸੀਂ 10 ਕੁ ਵਜੇ ਦਿਨੇ ਇੱਕ ਬ੍ਰਿਸ਼ ਹੇਠਾਂ ਬੈਠੇ ਸਾਂ ਕਿ ਅਚਾਨਕ ਕੋਈ ਗੱਡੇ ਵਾਲੇ ਆ ਗਏ। ਉਹ ਰਸਤਾ ਭੁੱਲ ਗਏ ਸਨ। ਉਹ ਰਸਤਾ ਪੁੱਛਣ ਲਈ ਬਾਬਾ ਜੀ ਕੋਲ ਰੁਕ ਗਏ। ਅਸਾਂ ਨੂੰ ਪ੍ਰਸ਼ਾਦਾ ਛਕਣ ਲਈ ਕਹਿਣ ਲੱਗੇ, ਪਰ ਅਸੀਂ ਜਵਾਬ ਦੇ ਦਿੱਤਾ। ਉਹਨਾਂ ਪੁੱਛਿਆ, ਤੁਹਾਡੇ ਲਈ ਕੋਈ ਰੋਟੀ ਦਾ ਸਾਧਨ ਹੈ? ਨਿਰੰਕਾਰ ਆਪ ਹੀ ਬੰਦੋਬਸਤ ਕਰੇਗਾ, ਹਜੂਰ ਨੇ ਜਵਾਬ ਦਿੱਤਾ। ਰਾਈਆਂ ਨੇ ਬੇਨਤੀ ਕੀਤੀ, ਇਹ ਵੀ ਨਿਰੰਕਾਰ ਦਾ ਹੀ ਦਿੱਤਾ ਹੈ, ਛਕ ਲਵੋ। ਤੁਸੀਂ ਛਕ ਲਵੋ, ਅਸੀਂ ਅਰਦਾਸ ਕਰਕੇ ਭੋਗ ਲਵਾ ਕੇ ਛਕਾਂਗੇ। ਕੁਝ ਸਮਾਂ ਠਹਿਰਨ ਬਾਅਦ ਗੱਡੇ ਵਾਲੇ ਚਲੇ ਗਏ। ਇੱਕ ਦਿਨ ਜੰਗਲਾਤ ਮਹਿਕਮੇ ਦਾ ਅਧਿਕਾਰੀ ਜੰਗਲ ਵਿੱਚ ਫਿਰਦਾ ਇੱਧਰ ਆ ਗਿਆ। ਉਸਨੇ ਅਖਬਾਰ ਵਿੱਚ ਇਸ਼ਤਿਹਾਰ ਵੇਖਿਆ ਸੀ। ਬਾਬਾ ਜੀ ਦੀ ਪਛਾਣ ਕਰਨ ਲੱਗਾ। ਉਸਨੇ ਚੰਗੀ ਤਰ੍ਹਾਂ ਦਰਸ਼ਨ ਕੀਤੇ। ਘਰ ਆ ਕੇ ਅਖਬਾਰ ਵੇਖ ਕੇ ਸਰਦਾਰ ਖੁਸ਼ਹਾਲ ਸਿੰਘ ਦੇ ਸਰਨਾਮੇ 'ਤੇ ਚਿੱਠੀ ਪਾ ਦਿੱਤੀ। ਚਿੱਠੀ ਪੜ੍ਹਦੇ ਹੀ ਦੱਸਣ ਮੁਤਾਬਿਕ ਭਾਈ ਸੁਲੱਖਣ ਸਿੰਘ, ਸਰਦਾਰ ਸੁਰੈਣ ਸਿੰਘ, ਬਾਬਾ ਪਿਆਰਾ ਸਿੰਘ ਤੇ ਜਵਾਹਰ ਸਿੰਘ ਬਾਬਾ ਜੀ ਦੇ ਅਸਥਾਨ 'ਤੇ ਪਹੁੰਚ ਗਏ।
ਬਾਬਾ ਜੀ ਨੇ ਰਾਜੀ ਖੁਸ਼ੀ ਪੁੱਛਣ ਉਪਰੰਤ ਲੱਕੜਾਂ ਤੋੜ ਕੇ ਸ਼ਹਿਰ ਵਿੱਚ ਵੇਚ ਕੇ ਭੋਜਨ ਤਿਆਰ ਕਰਨ ਦੀ ਤਾਕੀਦ ਕੀਤੀ। ਕੁਝ ਦਿਨਾਂ ਬਾਅਦ ਇੱਕ ਪ੍ਰੇਮੀ ਨੇ ਆਗਿਆ ਮੰਗਣੀ ਚਾਹੀ, ਕਿਉਂਕਿ ਇਹ ਲੱਕੜਾਂ ਚੁੱਕ ਕੇ ਵੇਚ ਕੇ ਸੇਵਾ ਕਰਨੀ ਉਹਨੂੰ ਠੀਕ ਨਾ ਲੱਗੀ। ਪਰ ਫਿਰ ਚੁੱਪ ਕਰ ਗਿਆ। ਜਿਵੇਂ ਕਰਾਉਂਦੇ ਹਨ ਠੀਕ ਹੈ, ਜੇ ਲੋਕਾਂ ਨੂੰ ਦੱਸ ਦਿੱਤਾ ਇੱਥੋਂ ਰਮਤੇ ਹੀ ਨਾ ਹੋ ਜਾਣ। ਇਹਨਾਂ ਨੇ ਇੱਕ ਮੁਰੱਬਾ ਜ਼ਮੀਨ ਵਿੱਚੋਂ ਝਾੜ ਸਾਫ਼ ਕਰ ਦਿੱਤੇ। ਬਾਬਾ ਜੀ ਦੇ ਆਸਣ ਲਈ ਇੱਕ ਭੋਰਾ ਪੁੱਟ ਕੇ ਚਿੱਟੇ ਕੱਪੜੇ ਚਾਰੇ ਪਾਸੇ ਲਾ ਕੇ ਸਜਾ ਦਿੱਤੇ। ਲੰਗਰ ਦੀ ਸੇਵਾ ਸ਼ੁਰੂ ਕੀਤੀ। ਚੁਨੀਆਂ ਤੋਂ ਸ਼ਾਂਗੇ ਮਾਂਗੇ ਦੇ ਸਟੇਸ਼ਨ ਦਾ ਫਾਸਲਾ 80 ਮੀਲ ਦਾ ਸੀ। ਸਟੇਸ਼ਨ ਤੋਂ ਬਾਬਾ ਜੀ ਦਾ ਆਸਣ ਕਾਫੀ ਦੂਰ ਸੀ, ਜੋ ਘੋੜੀ 'ਤੇ ਆਉਣਾ ਜਾਣਾ ਪੈਂਦਾ ਸੀ। ਸਰਦਾਰ ਸੁਰੈਣ ਸਿੰਘ ਤੇ ਸਰਦਾਰ ਸੱਦਾ ਸਿੰਘ ਤੇ ਹੋਰ ਚੌਂਕੀ ਵਾਲਿਆਂ ਨੇ ਪ੍ਰਸ਼ਾਦੇ ਦੀ ਵਿਉਂਤ ਕੀਤੀ। ਬੁੱਧਵਾਰ ਨੂੰ ਸਰਦਾਰ ਸੁਰੈਣ ਸਿੰਘ ਜੀ ਨੇ ਪ੍ਰਸ਼ਾਦਾ ਲੈ ਕੇ ਹੜੱਪੇ ਪਹੁੰਚ ਜਾਣਾ। ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਸੇਵਾ ਵਿੱਚ ਰਹਿਣਾ। ਭਾਈ ਸੁਲੱਖਣ ਸਿੰਘ, ਭਾਈ ਪਿਆਰਾ ਸਿੰਘ, ਉਹਨਾਂ ਦੇ ਭਰਾ ਜਵਾਹਰ ਸਿੰਘ ਪੱਕੇ ਤੌਰ 'ਤੇ ਸੇਵਾ ਵਿੱਚ ਰਹਿੰਦੇ ਸਨ। ਬਾਬਾ ਜੀ ਦਾ ਆਹਾਰ 2 ਤੋਲੇ ਪ੍ਰਸ਼ਾਦਾ ਦਾਲ ਸਮੇਤ ਸੁਬਹ ਸ਼ਾਮ ਸ਼ਰਧਾਈ ਵਰਤਦੇ ਸਨ। ਸੇਵਕ ਸੇਵਾ ਕਰ ਰਹੇ ਸਨ। ਬਾਬਾ ਜੀ ਸੰਪਟ ਪਾਠ ਵਿੱਚ ਸੰਪਟ ਪਹਿਲੀ ਪੌੜੀ ਦਾ ਭਾਵ ਮੂਲ ਮੰਤਰ ਲਾਉਂਦੇ ਸਨ। ਹੋਰ ਵੀ ਕੋਈ ਸ਼ਬਦ ਹੋਵੇਗਾ, ਪਰ ਉਹ ਗੁਪਤ ਸੀ। ਭੋਰੇ ਦੇ ਅੰਦਰ 2 ਆਸਣ ਵਿਛੇ ਹੋਏ ਸਨ। ਇੱਕ ਗੁਰੂ ਨਾਨਕ ਸਾਹਿਬ ਲਈ, ਦੂਸਰਾ ਬਾਬਾ ਜੀ ਪੁੱਚੋ ਵਾਲਿਆਂ ਵਾਸਤੇ। ਪਿਛਲੇ ਕੀਤੇ ਵਚਨ ਅਨੁਸਾਰ ਬਾਬਾ ਜੀ ਪੁੱਚੋ ਵਾਲੇ ਸੇਵਕਾਂ ਨੂੰ ਟਿੱਲਾ ਸਾਹਿਬ ਤੋਂ ਹੇਠਾਂ ਉਤਾਰ ਦਿੰਦੇ ਤੇ ਆਪ ਕੁਟੀਆ ਅੰਦਰ ਚਲੇ ਜਾਂਦੇ। ਪਹਿਰੇਦਾਰਾਂ ਲਈ ਹੁਕਮ ਸੀ ਕਿ ਜਦੋਂ ਅਸੀਂ ਬੁਲਾਈਏ ਅੱਗੇ ਆਉਣਾ, ਉਤਨੀ ਦੇਰ ਕੋਈ ਉੱਪਰ ਨਾ ਆਵੇ। ਆਪ ਪਾਠ ਸੁਣਨ ਲਈ ਕਲੇਰਾਂ ਵਾਲੇ ਬਾਬਾ ਜੀ ਕੋਲ ਆਸਣ 'ਤੇ ਪਹੁੰਚਦੇ। ਪੁੱਚੋ ਤੋਂ ਸਫ਼ਰ ਘੱਟੋ ਘੱਟ 140 ਮੀਲ ਦਾ ਸੀ। 2 ਘੰਟੇ ਸਵੇਰੇ, 2 ਘੰਟੇ ਸ਼ਾਮ ਨੂੰ ਪਾਠ ਸੁਣਨ ਲਈ ਅਧਿਆਤਮਕ ਸ਼ਕਤੀ ਦੁਆਰਾ ਪਹੁੰਚਦੇ। ਦੂਸਰੇ ਆਸਣ ਉੱਪਰ ਗੁਰੂ ਨਾਨਕ ਸਾਹਿਬ ਪ੍ਰਤੱਖ ਰੂਪ ਵਿੱਚ ਬੈਠ ਕੇ ਪਾਠ ਸੁਣਦੇ। ਬਾਬਾ ਜੀ ਕੋਲ ਟਿੱਲਾ ਸਾਹਿਬ 'ਤੇ ਪਹੁੰਚਣ ਵਾਲੀ ਸੰਗਤ ਨੂੰ 4 ਘੰਟੇ ਰੁਕਾਵਟ ਪੈਂਦੀ। ਦਰਸ਼ਨ ਕਰਨ ਲਈ ਉਤਾਵਲੇ ਲੋਕ ਸੇਵਕਾਂ ਤੋਂ ਕਾਰਨ ਪੁੱਛਣ ਲੱਗੇ। ਉਹਨਾਂ ਨੂੰ ਵੀ ਪਤਾ ਨਹੀਂ ਸੀ। ਇੱਕ ਦਿਨ ਸੇਵਕਾਂ ਨੇ ਬੇਨਤੀ ਕਰ ਦਿੱਤੀ, ਮਹਾਰਾਜ ਆਪ 2 ਘੰਟੇ ਸਵੇਰੇ, 2 ਘੰਟੇ ਸ਼ਾਮ ਨੂੰ ਦਰਵਾਜ਼ਾ ਬੰਦ ਕਰਕੇ ਪਹਿਰਾ ਲਾ ਦਿੰਦੇ ਹੋ। ਦਰਸ਼ਨ ਕਰਨ ਲਈ ਆਈ ਸੰਗਤ ਮੁੜ ਜਾਂਦੀ ਏ, ਕਿਰਪਾ ਕਰੋ ਕੁਝ ਸੋਝੀ ਪਾਓ। ਰਿਖੀ ਆਨੰਦ ਸਿੰਘ ਜੀ ਹੜੱਪੇ ਸੰਪਟ ਪਾਠ ਕਰਦੇ ਹਨ। ਉਹਨਾਂ ਨਾਲ ਕੀਤੇ ਬਚਨ ਅਨੁਸਾਰ ਉਹਨਾਂ ਦਾ ਪਾਠ ਸੁਣਨ ਜਾਂਦੇ ਹਾਂ। ਬਾਬਾ ਜੀ ਨੇ ਫਰਮਾਇਆ, ਬਾਬਾ ਜੀ ਮਹਾਰਾਜ ਇੱਥੇ ਸੰਗਤ ਨਿਰਾਸ਼ ਹੋ ਕੇ ਮੁੜ ਜਾਂਦੀ ਏ। ਸੇਵਕਾਂ ਨੇ ਬੇਨਤੀ ਕੀਤੀ, ਚੰਗਾ ਫਿਰ ਹੁਣ ਸੰਗਤ ਨਿਰਾਸ਼ ਨਹੀਂ ਮੁੜੇਗੀ। ਬੇਨਤੀ ਪ੍ਰਵਾਨ ਹੋਈ। ਫਿਰ ਵੀ ਬਾਬਾ ਜੀ ਪਾਠ ਵੀ ਸੁਣਦੇ ਰਹੇ ਤੇ ਇੱਥੇ ਵੀ ਆਸਣ ਉੱਪਰ ਬਿਰਾਜਦੇ ਰਹੇ। ਇਸ ਤਰ੍ਹਾਂ ਨਿਰੰਤਰ ਪਾਠ ਚੱਲਦਾ ਰਿਹਾ। ਸਮਾਪਤੀ ਤੱਕ ਦੋਨਾਂ ਸਰੂਪ ਆਸਣਾਂ 'ਤੇ ਬਿਰਾਜਮਾਨ ਰਹੇ। ਸੰਪਟ ਪਾਠ ਦੇ ਭੋਗ ਸਮੇਂ ਜਿਸ ਤਰ੍ਹਾਂ ਰੋਜ਼ ਪਾਠ ਸੁਣਨ ਵੇਲੇ ਤੇ ਭੋਗ ਵੇਲੇ ਦਰਸ਼ਨ ਦਿੰਦੇ ਸਨ, ਦਰਸ਼ਨ ਨਹੀਂ ਦਿੱਤੇ। ਪਾਠ ਦੇ ਭੋਗ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਥਾਂ ਗੁਰੂ ਨਾਨਕ ਸਾਹਿਬ ਪ੍ਰਤੱਖ ਬੈਠੇ ਨਜ਼ਰ ਆਏ। ਰੋਮ ਰੋਮ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪ੍ਰਤੱਖ ਸਰੂਪ ਦੀ ਸੁੰਦਰਤਾ ਅੱਖਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। ਅਤ ਪ੍ਰੀਤਮ ਮਨ ਮੋਹਨਾ, ਘਟ ਸੋਹਣਾ ਪ੍ਰਾਨ ਆਧਾਰਾ ਰਾਮ। ਅੰਗ 542। ਫਿਰ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕੀ ਮੰਗਦੇ ਹੋ? ਬਾਬਾ ਜੀ ਨੇ ਬੇਨਤੀ ਕੀਤੀ, ਤੋਹੀ ਮੋਹੀ ਮੋਹੀ ਤੋਹੀ। ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਕਿਸ ਗੁਰੂ ਤੋਂ ਲਿਖਵਾਇਆ ਹੈ, ਵਿਖਾਓ। ਬਾਬਾ ਜੀ ਇਸ ਸਮੇਂ ਸਰਟੀਫਿਕੇਟ ਕਹਿ ਕੇ ਬਚਨ ਕਰਦੇ ਸਨ, ਦਰਗਾਹੀ ਸਨ। ਬਾਬਾ ਜੀ ਨੇ ਬਚਨ ਕੀਤਾ, ਇਸ ਵੇਲੇ ਆਪ ਸਮਰੱਥ ਬੈਠੇ ਹੋ। ਕੋਈ ਸਾਡਾ ਭਗਤ ਹੋਵੇ ਉਹਦੇ ਰਾਹੀਂ ਹੋ ਸਕਦਾ ਹੈ, ਕਿਉਂਕਿ ਅਸੀਂ ਭਗਤਾਂ ਨੂੰ ਵਡਿਆਈ ਦੇਣੀ ਹੈ। ਪਹਿਲੀ ਪਾਤਸ਼ਾਹੀ ਦਾ ਫਰਮਾਨ ਸੀ। ਫਿਰ ਬਾਬਾ ਜੀ ਨੇ ਬੇਨਤੀ ਕੀਤੀ, ਹੁਕਮ ਕਰੋ। ਗੁਰੂ ਨਾਨਕ ਸਾਹਿਬ ਨੇ ਪੁੱਚੋ ਵਾਲੇ ਬਾਬਾ ਜੀ ਦਾ ਰੂਪ ਧਾਰ ਕੇ ਦਰਸ਼ਨ ਦਿੱਤੇ ਤੇ ਬਚਨ ਕੀਤਾ, ਇਹ ਸਭ ਕੁਝ ਕਰਨਗੇ, ਤੇ ਆਪ ਅਲੋਪ ਹੋ ਗਏ। ਫਿਰ ਕੁਝ ਸਮੇਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਉ ਸਿਆਲ ਭੇਜ ਦਿੱਤਾ। ਆਪ ਸੇਵਕਾਂ ਸਮੇਤ ਪੁੱਚੋ ਨੂੰ ਚੱਲ ਪਏ। ਸੱਚੇ ਵਣਜ ਦਾ ਵਪਾਰੀ ਪਰਦੇਸਾਂ ਵਿੱਚ ਚੱਕਰ ਲਾ ਕੇ ਖਰਾ ਸੌਦਾ ਕਰਨ ਲਈ ਗੁਰੂ ਦੀ ਨਗਰੀ ਪਹੁੰਚਿਆ। ਅਮੋਲਕ ਵਸਤੂ ਖਰੀਦਣ ਲਈ ਗੁਣਾਂ ਦੇ ਧਨ ਨਾਲ ਪੋਟਲੀ ਭਰ ਕੇ ਲਿਆਇਆ। ਬਾਬਾ ਆਨੰਦ ਸਿੰਘ ਜੀ ਸੱਚ ਦਾ ਵਪਾਰ ਕਰਨ ਲਈ ਸੱਚ ਦੇ ਸ਼ਾਹ ਬਾਬਾ ਜੀ ਮਹਾਰਾਜ ਬਾਬਾ ਮਹਾ ਹਰਨਾਮ ਸਿੰਘ ਜੀ ਕੋਲ ਰਤਨ ਖਰੀਦਣ ਆਏ।
ਬਾਬਾ ਜੀ ਸੇਵਕਾਂ ਸਰਦਾਰ ਸੁਰੈਣ ਸਿੰਘ, ਭਾਈ ਟਹਿਲ ਸਿੰਘ ਗ੍ਰੰਥੀ ਪਿੰਡ ਵਾਂਖਾਰਾ, ਜੀਵਨ ਸਿੰਘ ਦੇਉਸਿਆਲ, ਭਾਈ ਪਾਲਾ ਸਿੰਘ, ਭਾਈ ਪਿਆਰਾ ਸਿੰਘ ਹੜੱਪੇ ਤੋਂ, ਟਹਿਲ ਸਿੰਘ ਸ਼ਹੀਦਾਂ ਅਤੇ ਸੁਲੱਖਣ ਸਿੰਘ ਨੂੰ ਨਾਲ ਲੈ ਕੇ ਪੁੱਚੋ ਵਾਲੇ ਬਾਬਾ ਜੀ ਦੀ ਹਜ਼ੂਰੀ ਵਿੱਚ ਪਹੁੰਚ ਗਏ। ਬਾਬਾ ਜੀ ਨੇ ਮਰਿਆਦਾ ਅਨੁਸਾਰ ਸਭ ਦੀ ਸ਼ਰ੍ਹਾ ਕਰਾਈ। ਬਾਬਾ ਜੀ ਕਲੇਰਾਂ ਵਾਲਿਆਂ ਨੇ ਸਾਰੀ ਵਾਰਤਾ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਤੱਕ ਦੀ ਸੁਣਾਈ। ਪੁੱਚੋ ਵਾਲਿਆਂ ਨੇ ਗੂੜੀ ਰਮਜ ਵਿੱਚ ਬਚਨ ਕੀਤਾ ਜਦੋਂ ਰਾਮਚੰਦਰ ਜੀ ਨੂੰ ਵਸ਼ਿਸ਼ਟ ਨੇ ਉਪਦੇਸ਼ ਕੀਤਾ ਸੀ। ਬਾਬਾ ਆਨੰਦ ਸਿੰਘ ਜੀ ਨੇ ਉੱਤਰ ਵਿੱਚ ਵਚਨ ਕੀਤਾ, ਜੀ ਹਾਂ। ਪੁੱਚੋ ਵਾਲਿਆਂ ਨੇ ਫਰਮਾਇਆ, ਅੱਛਾ ਫਿਰ ਥਾਂ ਥਾਈ। ਕਲੇਰਾਂ ਵਾਲੇ ਬਾਬਾ ਜੀ ਨੇ ਫਰਮਾਇਆ, ਅਸੀਂ ਹੁਕਮ ਇਕਾਂਤ ਦਾ ਸਮਝ ਕੇ ਉੱਠ ਖਲੋਤੇ। ਨਾਲ ਆਈ ਸੰਗਤ ਨੂੰ ਪਿੱਛੋਂ ਕੋਈ ਖਬਰ ਮਿਲੀ ਤਾਂ ਸਾਰੇ ਸੇਵਕ ਵਾਪਸ ਚਲੇ ਗਏ। ਇਕੱਲਾ ਟਹਿਲ ਸਿੰਘ ਸ਼ਹੀਦਾਂ ਰਹਿ ਗਿਆ। ਰਾਤ ਹੋਣ ਉਪਰੰਤ ਉਹ ਪਾਸੇ ਜਾ ਕੇ ਸੌਂ ਗਿਆ। ਜਾਗਣ ਵਾਲੇ ਰਹਿ ਗਏ। ਭਿੰਨੇ ਰੈਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਅੱਧੀ ਰਾਤ ਹੋਈ ਤਾਂ ਕਲੇਰਾਂ ਵਾਲੇ ਬਾਬਾ ਜੀ ਪੁੱਛੋ ਵਾਲਿਆਂ ਦੀ ਹਜ਼ੂਰੀ ਵਿੱਚ ਪਹੁੰਚ ਕੇ ਨਮਸਕਾਰ ਕਰਕੇ ਬੈਠ ਗਏ। ਹਾਂ ਲਿਖੀ ਜੀ, ਸਰਟੀਫਿਕੇਟ ਲਿਖਾਉਣਾ ਹੈ। ਪੁੱਛੋ ਵਾਲਿਆ ਬਚਨ ਕੀਤਾ, ਜੀ ਮਹਾਰਾਜ, ਇੱਛਾ ਤਾਂ ਇਹੀ ਹੈ। ਉੱਤਰ ਸੀ, ਅੱਛਾ ਵੀ ਸਾਡੇ ਸਾਹਮਣੇ ਬੈਠੋ, ਬੋਲਣਾ ਨਹੀਂ, ਵੱਡੇ ਬਾਬਾ ਜੀ ਦਾ ਹੁਕਮ ਹੈ। ਸੱਤ ਬਚਨ ਕਹਿ ਕੇ ਬਾਬਾ ਆਨੰਦ ਸਿੰਘ ਜੀ ਚੌਂਕੜਾ ਮਾਰ ਕੇ ਬੈਠ ਗਏ। ਫਿਰ ਪੁੱਛੋ ਵਾਲਿਆਂ ਨੇ ਮੁਖ ਤੋਂ ਕੁਝ ਉਚਾਰਨ ਕੀਤਾ ਤੇ ਆਪਣੇ ਮੁਖ ਤੇ ਹੱਥ ਫੇਰਿਆ। ਮੁਖ ਤੋਂ ਕਿਰਨਾਂ ਫੁੱਟੀਆਂ, ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਤੇ ਪੁੱਛੋ ਵਾਲੇ ਵੱਡੇ ਆਸਣ ਤੇ ਬੈਠੇ ਦਿਸੇ। ਪ੍ਰਕਾਸ਼ ਦੇ ਅੰਦਰ ਸੁੰਦਰ ਸਰੂਪ ਚਿਹਰੇ ਦਿਖਾਈ ਦਿੱਤੇ। ਅਦਭੁਤ ਕਿਸਮ ਦੇ ਕੱਪੜੇ ਪਹਿਨੇ, ਹੱਥਾਂ ਵਿੱਚ ਕਲਮ ਫੜੀ ਕਾਗਜ਼ ਲਿਖ ਰਹੇ ਹਨ। ਪੁੱਛੋ ਵਾਲੇ ਮੁਖ ਤੋਂ ਉਚਾਰਨ ਕਰ ਰਹੇ ਹਨ, ਉਹ ਲਿਖ ਰਹੇ ਹਨ। ਇਹ ਸਮਾਂ ਕਿਸ ਤਰ੍ਹਾਂ ਲੰਘਿਆ ਸੀ ਕੋਈ ਪਤਾ ਹੀ ਨਹੀਂ ਲੱਗਿਆ। ਪੁੱਛੋ ਵਾਲਿਆਂ ਬਚਨ ਕੀਤਾ, ਕੋਈ ਪਤਾ ਲੱਗਾ? ਜੀ, ਆਪ ਜੀ ਦੇ ਚਿਹਰੇ ਤੋਂ ਪ੍ਰਕਾਸ਼ ਨਿਕਲ ਰਿਹਾ ਹੈ। ਇਸ ਪ੍ਰਕਾਸ਼ ਵਿੱਚੋਂ ਸਫੇਦ ਬਸਤਰਾਂ ਵਾਲੇ ਨਿਕਲ ਕੇ ਕਾਗਜ਼ ਕਲਮ ਲੈ ਕੇ ਲਿਖੀ ਜਾ ਰਹੇ ਹਨ। ਕਲੇਰਾਂ ਵਾਲੇ ਬਾਬਾ ਜੀ ਨੇ ਉੱਤਰ ਦਿੱਤਾ, ਇਹ ਤੁਹਾਡਾ ਸਰਟੀਫਿਕੇਟ ਬਣਾ ਰਹੇ ਆ। ਜੋ ਬੈਠੇ ਹਨ ਇਹ 33 ਕਰੋੜ ਦੇਵਤਾ ਹਨ। ਇਹਨਾਂ ਦੇ ਸਾਹਮਣੇ ਨਿਰੰਕਾਰ ਨਾਲ ਤੁਹਾਡਾ ਮਿਲਾਪ ਕਰਾਇਆ ਏ। ਇਹ ਤੁਹਾਡੇ ਜਾਮਨ ਹਨ। ਪੁੱਛੋ ਵਾਲਿਆਂ ਨੇ ਬਚਨ ਕੀਤਾ, ਸਾਡੇ ਵੱਲ ਵੇਖ ਲਿਆ ਏ, ਹੁਣ ਆਪਣੇ ਵੱਲ ਵੇਖ। ਫਿਰ ਬਚਨ ਕੀਤਾ, ਹੜੱਪੇ ਜਿਸ ਰੂਪ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕੀਤਾ ਸੀ, ਉਹੀ ਰੂਪ ਵਿੱਚ ਆਪਣੇ ਆਪ ਨੂੰ ਇੱਥੇ ਦੇਖਿਆ। ਰਾਤ ਪਿਛਲੇ ਪਹਿਰ ਵਿੱਚ ਚਲੀ ਗਈ। ਕਿਸੇ ਹਾਲੀ ਦੇ ਬਲਦਾਂ ਨੂੰ ਹੱਕਣ ਦੀ ਆਵਾਜ਼ ਆਈ। ਤੁਰੰਤ ਹੀ ਬਾਬਾ ਜੀ ਪੁੱਛੋ ਵਾਲਿਆਂ ਨੇ ਹੱਥ ਛੱਡ ਦਿੱਤਾ ਜੋ ਪਹਿਲਾਂ ਬਾਬਾ ਆਨੰਦ ਸਿੰਘ ਜੀ ਦਾ ਫੜਿਆ ਹੋਇਆ ਸੀ। ਦਿਨ ਚੜ੍ਹ ਗਿਆ। ਬਾਬਾ ਆਨੰਦ ਸਿੰਘ ਜੀ 14 ਦਿਨ ਆਸੇ-ਪਾਸੇ ਬਿਰਾਜਦੇ ਰਹੇ। ਫਿਰ ਆਗਿਆ ਲੈ ਕੇ ਮਾਝੇ ਵੱਲ ਨੂੰ ਚੱਲ ਪਏ। ਸਰਟੀਫਿਕੇਟ ਸ਼ਬਦ ਬਾਬਾ ਆਨੰਦ ਸਿੰਘ ਜੀ ਬਚਨ ਕਰਨ ਸਮੇਂ ਵਰਤਿਆ ਕਰਦੇ ਸਨ। ਇਸ ਤਰ੍ਹਾਂ ਪਰਮਾਰਥ ਦੀ ਪੜ੍ਹਾਈ ਪਾਸ ਕਰਨ ਵਾਲਿਆਂ ਨੂੰ ਦਰਗਾਹ ਵਿੱਚ ਸਤਿਕਾਰ ਸਹਿਤ ਪੇਸ਼ ਹੋਣ ਲਈ ਮਾਣ ਪੱਤਰ ਮਿਲ ਜਾਂਦਾ ਹੈ। ਨਿਰੰਕਾਰ ਦੇ ਦਰ ਉੱਪਰ ਭਗਤਾਂ ਦਾ ਬੋਲਿਆ ਪ੍ਰਵਾਨ ਹੈ, ਦਰਗੇ ਪਵੇ ਥਾਏ ਵਾਲੀ ਅਵਸਥਾ ਦੇ ਮਾਲਕ ਹੋ ਜਾਂਦੇ ਹਨ। ਇਸ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਪੁੱਛੋ ਵਾਲੇ ਬਾਬਾ ਜੀ ਦੇ ਬਚਨ ਦੀ ਪਾਲਣਾ ਜਦ ਤੱਕ ਸਰੀਰ ਕਰਕੇ ਸੰਸਾਰ ਵਿੱਚ ਰਹੇ ਕਰਦੇ ਰਹੇ।